ਤੁਸੀਂ ਕਰ ਲਓ ਬਾਈਟ, ਹਾਲਾਂਕਿ ਉਹ ਸ਼ੁਰੂ ਕਰ ਰਿਹਾ ਸੀਗਾ ਪਹਿਲਾਂ, ਉਹਨੇ ਸ਼ੁਰੂ ਕੀਤਾ ਸੀ, ਕਰ ਲਓ ਹੁਣ। क्या लगता है जी कर लो थोड़ी गलती दूर हुई है? नहीं मेरे ख्याल हो जाऊगी टाइम ਜਿਹੜਾ ਉਹ ਬਿਗਰ ਹੀਲਰ ਹੈਗਾ। ਹਿੰਦੀ ਗੱਲ ਕਿ ਜਿਹੜੀ ਗੁੱਟਬਾਜੀ ਕਹਿੰਦੇ ਸੀਗੇ ਸਭ ਕੁਝ ਦੂਰ ਚਲੋ ਕੋਈ ਪਤਾ ਨਹੀਂ ਸਮਾਂ ਦੱਸੇਗਾ, ਲੇਕਿਨ ਸਿੱਧੂ ਸਾਹਿਬ ਦੇ ਆਉਣ ਨਾਲ ਜਿਹੜੀ ਹੈ ਕਹਿੰਦੇ ਸੀਐਮ ਸਾਹਿਬ ਬਹੁਤ ਖਫਾ ਨੇ। ਇਹ ਕੀ ਇਹ ਮੰਤਰੀ ਅਲੱਗ-ਅਲੱਗ ਹੋਏ ਨੇ, ਇਹ ਗੱਲ 'ਚ ਕਿੰਨਾ ਜਿਹੜਾ ਤੁਸੀਂ ਵੀ ਆਵਾਜ਼ ਚੱਕਦੇ ਰਹੇ ਹੋ ਕੁਝ ਇਸ ਨੂੰ ਲੈ ਕੇ, ਹੁਣ ਕਿਵੇਂ ਰਹੇਗਾ ਅੱਗੇ ਤੁਸੀਂ? ਨਹੀਂ ਮੈਨੂੰ ਲੱਗਦਾ ਨਾਰਾਜ਼ ਬੈਠੇ ਨੇ ਉਹਦਾ ਗੱਲ ਕੋਈ ਨਹੀਂ ਠੀਕ ਹੋ ਜਾਣਗੇ। ਸਾਡੀ ਪਾਰਟੀ ਦੇ ਚੀਫ ਮਿਨਿਸਟਰ ਹੈਗੇ ਆ, ਸੋ ਮੇਰਾ ਖਿਆਲ ਹੈ ਡਿਫਰੈਂਸ ਆਫ ਓਪੀਨੀਅਨ ਹੁੰਦੀ ਆ, ਕਈ ਵਾਰੀ ਘਰਾਂ ਦੇ ਵਿੱਚ ਵੀ ਹੁੰਦੀ ਆ, ਪਾਰਟੀਆਂ ਦੇ ਵਿੱਚ ਵੀ ਹੁੰਦੀ ਆ, ਐਂਡ ਟਾਈਮ ਜਿਹੜਾ ਉਹ ਬਿਗਰ ਹੀਲਰ ਹੈਗਾ, ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਉਹ ਸਮਾਂ ਠੀਕ ਹੋ ਜਾਊਗਾ। ਅਸੀਂ ਅੱਜ ਸ਼ਾਮ ਤੱਕ ਕੋਈ ਡਿਵੈਲਪਮੈਂਟ ਆਪਾਂ ਐਕਸਪੈਕਟ ਕਰ ਸਕਦੇ? ਵਧਾਈ ਦਾ ਵੀ ਇੱਕ ਕੜਸੀ ਹੁੰਦੀ ਹੈ, ਪੰਜਾਬੀ ਕਲਚਰ ਹੈ, ਕੜਸੀ ਮੁਬਾਰਕਬਾਦ। ਨਹੀਂ ਸਾਨੂੰ ਮੈਚੁਰ ਡੈਮੋਕ੍ਰੇਸੀ ਵੱਲ ਤੁਰਨਾ ਚਾਹੀਦਾ, ਸਾਨੂੰ ਮੈਚੁਰ ਡੈਮोक्रेसी आप मानते हैं कि आज की मीटिंग के बाद कैप्टन साहब को भी आना पड़ेगा, जिस तरह से वो अभी तक तो नाराज चल रहे हैं जो दिख रहे हैं? नहीं कोई बात नहीं, नाराज बेसिकली चलो हो सकते हैं, हम सबसे बड़े हैं, हमारे लीडर हैं, तो ऐसी कोई बात नहीं, आहिस्ता आहिस्ता सारा कुछ ठीक हो जाएगा। सिद्धू साहब के लड़ी जाएगी इलेक्शन। की मीटिंग संदेशा आ गया है कि मीटिंग रखी है सीएम साहब ने अलग-अलग एमएलए। नहीं चलो नहीं भी आया तो कोई इशू नहीं हैगा मैनू ਇਹ ਨਾ ਨਹੀਂ ਯਾਰ ਸਾਡੀ ਪਾਰਟੀ ਦੇ ਸੀਐਮ ਹੈਗੇ ਆ, ਉਹਦੇ ਚ ਕੀ ਪ੍ਰੋਬਲਮ ਕੀ ਹੈ? ਮੈਂ ਤਾਂ ਇਸ਼ੂਜ਼ ਦੀ ਰਾਜਨੀਤੀ ਕਰਦਾ, ਚਿਹਰਿਆਂ ਦੀ ਰਾਜਨੀਤੀ ਨਹੀਂ ਕਰਦਾ। ਇਸ਼ੂਸ ਠੀਕ ਹੁੰਦੇ ਲੱਗਣਗੇ ਹੁਣ ਜਿਨ੍ਹਾਂ ਨੂੰ ਚੁੱਕਦੇ ਆਏ ਹੋ ਤੁਸੀਂ। ਦੇਖੋ ਸਾਨੂੰ ਕੰਮ ਤਾਂ ਕਰਨਾ ਹੀ ਪਊਗਾ, ਇਹ ਤਾਂ ਹੈ ਨਹੀਂਗਾ ਕਿ ਸਾਨੂੰ ਦੇਖੋ ਅੱਜ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਇਟ ਇਜ਼ ਅ ਡਬਲ ਐਜ ਵੈਪਨ। ਇਹ ਅੱਜ ਕਿਸੇ ਨੂੰ ਬਹੁਤ ਪੋਜ਼ਿਟਿਵ ਪਾਸੇ ਨੂੰ ਲਿਜਾ ਕੇ ਬਹੁਤ TRP ਉੱਪਰ ਲੈ ਜਾਂਦਾ, ਜੇ ਅਸੀਂ ਕੰਮ ਨਹੀਂ ਕਰਦੇ ਤਾਂ ਫਿਰ ਓਨਾ ਹੀ ਥੱਲੇ ਨੂੰ ਲੈ ਆਉਂਦਾ। ਸੋ ਇਸ ਕਰਕੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ, ਕੰਸਿਸਟੈਂਟ ਪਰਫਾਰਮੈਂਸ ਦੀ ਜ਼ਰੂਰਤ ਹੈਗੀ ਆ। ਮੈਂ ਤਾਂ आप ये समझ ਪ੍ਰਗਟ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਗੱਲ ਹੋਊਗੀ, ਕਿਉਂਕਿ ਬੇਅਦਬੀ ਦਾ ਮੁੱਦਾ ਤੁਸੀਂ ਚੁੱਕਦੇ ਰਹੇ ਹੋ, ਬੇਅਦਬੀ ਦਾ ਮੁੱਦਾ ਹੀ ਨਵਜੋਤ ਸਿੱਧੂ ਹੀ ਚੁੱਕਦੇ ਰਹੇ ਨੇ, ਬੇਅਦਬੀ ਦੇ ਮਸਲੇ ਤੇ ਕੋਈ ਹੋਊਗਾ ਕੰਮ? ਮੈਂ ਕਹਿਣ ਡਿਆ ਕੱਲਾ ਬੇਅਦਬੀ ਦੇ ਇਸ਼ੂ ਨਹੀਂ ਹੈ, ਪਾਵਰ ਪਰਚੇਜ਼ ਐਗਰੀਮੈਂਟਸ ਵੀ ਹੈਗੇ ਆ, ਜਿਹੜੇ ਹੋਰ ਕਿਉਂਕਿ ਜਿਹੜਾ ਡਰੱਗ ਦਾ ਇਸ਼ੂ ਹੈਗਾ, ਈਵਨ ਕਿ 31,000 ਕਰੋੜ ਰੁਪਏ ਦਾ, ਕਿਉਂਕਿ ਮੈਂ ਤਾਂ ਭੁੱਲਦਾ ਨਹੀਂ, ਕਈ ਵਾਰੀ ਤੁਸੀਂ ਵਿੱਚੋਂ ਭੁੱਲ ਜਾਂਦੇ ਆ, ਪਰ ਤੁਸੀਂ ਅਸੀਂ ਤਾਂ ਯਾਦ ਕਰਾਉਂਦੇ ਰਹੇ, ਸਦਾ ਹੀ ਯਾਦ ਕਰਾਇਆ। दोबारा आप कहेंगे कि दोबारा सरकार आएगी? ਇਹ ਜਿਹੜੀ ਸਾਲ ਪਹਿਲਾਂ 1.5 ਸਾਲ ਪਹਿਲਾਂ ਡਿਵੈਲਪਮੈਂਟ ਹੋ ਜਾਣੀ ਚਾਹੀਦੀ ਸੀ। ਹੋਣੀ ਚਾਹੀਦੀ ਸੀ। ਤੁਹਾਨੂੰ ਯਾਦ ਕਰਾ ਦਿੰਨਾ, ਮੈਂ ਅੱਜ ਤੋਂ ਪੌਣੇ 2 ਸਾਲ ਪਹਿਲਾਂ ਮੈਂ ਚਿੱਠੀ ਲਿਖੀ ਸੀ, ਜੇ ਸਾਰਿਆਂ ਨੇ ਅਸੀਂ ਇਹਦੇ ਤੇ ਕਿਤੇ ਨਾ ਕਿਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇਹ ਸਮਾਂ ਨਹੀਂ ਸੀ ਆਉਣਾ, ਕਿਉਂਕਿ ਸਮਾਂ ਰਹਿੰਦੇ ਤੇ ਜਦੋਂ ਤੁਸੀਂ ਕੰਮ ਕਰਦੇ ਹੋ, ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ? ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਜਦੋਂ ਮੰਨ ਲਓ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ, ਜੇ ਉਹਨਾਂ ਨੂੰ ਰਿਵਿਊ ਕੀਤਾ ਹੁੰਦਾ, ਉਹਦੇ ਤੇ ਸਾਰੀ ਤੇ ਕਿਤੇ ਨਾ ਕਿਤੇ ਮਾਈਂਡ ਅਪਲਾਈ ਕੀਤਾ ਹੁੰਦਾ, ਅੱਜ ਪੰਜਾਬ ਨੂੰ ਬਿਜਲੀ ਦਾ ਸੰਕਟ ਨਹੀਂ ਆਉਣਾ ਸੀ। ਕਿਉਂਕਿ ਜਦੋਂ ਅਸੀਂ ਸਮੇਂ ਰਹਿੰਦੇ ਤੇ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਕਰਦੇ ਤੇ ਉਦੋਂ ਇਹ ਸਮੱਸਿਆਵਾਂ ਜਿਹੜੀਆਂ ਖੜੀਆਂ ਹੁੰਦੀਆਂ ਸਾਡੇ ਸਾਹਮਣੇ। ਸੋ ਵੀ ਨੀਡ ਟੂ ਵਿਜ਼ੂਅਲਾਈਜ਼, ਔਰ ਉਹਦੇ ਤੇ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਆ, ਔਰ ਬੜੀ ਕਿਉਂਕਿ ਇੰਟਰਨਲ ਡੈਮੋਕ੍ਰੇਸੀ, ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਲੀਡਰ ਬਣੋ, ਚਮਚੇ ਨਾ ਬਣੋ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਕਿਉਂਕਿ ਹੋਇਆ ਕਿ ਪਿਛਲੇ ਬਹੁਤੇ ਸਮੇਂ ਦੇ ਵਿੱਚ ਜਦੋਂ ਕੋਈ ਵੀ ਸਾਡੇ ਪਾਵਰ ਕੋਰੀਡੋਰ ਬਣਦੀ ਆ, ਉਹਦੇ ਵਿੱਚ ਕੁਝ ਬੰਦਿਆਂ ਦਾ ਜਮਾਵੜਾ ਬਣ ਜਾਂਦਾ, ਕਿਉਂਕਿ ਬੰਦਾ ਤਾਂ ਬੰਦਾ ਹੁੰਦਾ, ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਤੇ ਉਹ ਜਿਹੜਾ ਬੰਦਾ ਆ, ਉਹਨੂੰ ਜਦੋਂ ਉਹਦੇ ਆਲੇ ਦੁਆਲੇ ਕਿਤੇ ਜਿਹੜੀ ਜਗ੍ਹਾ ਨਹੀਂ ਦਿੱਤੀ ਜਾਂਦੀ, ਉਹਦੇ ਕੋਲ ਇਨਫੋਰਮੇਸ਼ਨ ਨਹੀਂ ਆਉਂਦੀ, ਤਾਂ ਫਿਰ ਉਹ ਕਈ ਵਾਰੀ ਗਲਤ ਫੈਸਲੇ ਲੈਣ ਲੱਗ ਪੈਂਦਾ। ਇੱਕ ਸਵਾਲ, ਹੁਣ ਅਗਲੀ ਡਿਵੈਲਪਮੈਂਟ ਤੁਸੀਂ ਕੈਪਟਨ ਖੇਮਾ ਤੋਂ ਕਦ ਤੱਕ ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਵੀ ਵਿਲ ਡਿਸਕਸ ਇਟ। ਤੇ ਬਣ ਗਿਆ, ਇਹਨੇ ਲੀਡਰਸ ਨੇ, ਲੈਜਿਸਲੇਚਰਸ ਨੇ, ਸਾਰੇ ਜਿਹੜੇ ਆ ਯਾਰ ਕੋਈ ਪ੍ਰੈਸ਼ਰ ਗਰੁੱਪ ਨਹੀਂ, ਮੈਂ ਅੱਜ ਵੀ ਕਹਿਣਾ, ਕੋਈ ਸਾਡਾ ਇੰਡੀਵਿਜੂਅਲ ਗਰੁੱਪ ਨਹੀਂ ਹੈ, ਮੈਂ ਕਦੀ ਕੋਈ ਗਰੁੱਪ ਨਹੀਂ ਬਣਾਇਆ, ਸਿੱਧੂ ਨੇ ਕਦੀ ਕੋਈ ਗਰੁੱਪ ਨਹੀਂ ਬਣਾਇਆ। ਮੈਂ ਤਾਂ ਅਸੀਂ ਇੱਕ ਟੀਮ ਨੂੰ 2 ਜਗ੍ਹਾ ਕਿਵੇਂ ਵੰਡ ਦਈਏ, ਇਹ ਨਹੀਂ ਹੋ ਸਕਦਾ। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਊਗਾ, ਪਾਰਟੀ ਦਾ ਤਾਂ ਹੋਊਗਾ। ਸੋ ਇਸ ਕਰਕੇ ਇਹ ਬੇਸਿਕਲੀ ਕਿਸੇ ਦੀ ਕ੍ਰੀਏਸ਼ਨ ਨਹੀਂ ਹੈ, ਕੋਈ ਇਦਾਂ ਦਾ ਥਾਟ ਪ੍ਰੋਸੈਸ ਨਹੀਂ ਹੈਗਾ। ਵੀ ਨੀਡ ਟੂ ਮੇਕ ਅ ਟੀਮ, ਔਰ ਟੀਮ ਦੇ ਵਿੱਚ ਚੰਗੇ ਪਲੇਅਰ ਜਿਹੜੇ ਆ ਉਹ ਖੇਡਣ, ਤਾਂ ਕਿ ਉਹ ਜਿਹੜੀ ਟੀਮ ਹੈ ਉਹ ਜਿੱਤੇ। ਪ੍ਰਗਟ ਸਿੰਘ ਜੀ, ਕੀ ਉਮੀਦਾਂ ਕਰ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਦੇ ਨਾਲ ਹੁਣ ਕਾਂਗਰਸ ਪੰਜਾਬ ਦੇ ਵਿੱਚ ਕੀ ਨਵੀਂ ਡਿਵੈਲਪਮੈਂਟ ਹੋ ਸਕਦੀ ਹੈ, ਕੀ ਸੁਧਾਰ ਹੋਣਗੇ? ਨਹੀਂ ਦੇਖੋ ਬੇਸਿਕਲੀ ਤਾਂ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਜਿਹੜੇ 5-6 ਇਸ਼ੂ ਹੈਗੇ ਆ, ਅਸੀਂ ਜਦੋਂ ਲੋਕਾਂ 'ਚ ਜਾਣਾ,
ਅਜੇ 5 ਤੋਂ 6 ਮਹੀਨੇ ਦਾ ਸਮਾਂ ਹੈਗਾ ਤੇ ਸਾਨੂੰ ਸਪੀਡ ਅਪ ਕਰਕੇ ਉਹਦੇ ਤੇ ਪਰਫਾਰਮੈਂਸ ਦੇਣ ਦੀ ਜ਼ਰੂਰਤ ਹੈਗੀ ਆ, ਉਹਦੀ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਕਿ ਲੋਕਾਂ ਨੂੰ ਅਸੀਂ ਜਾ ਕੇ ਕੰਫਰਟੇਬਲੀ ਫੇਸ ਕਰ ਸਕੀਏ। ਕੈਬਨਿਟ ਦੇ ਵਿੱਚ ਫੇਰ ਬਦਲ ਦੀ ਤੁਹਾਨੂੰ ਲੱਗਦਾ ਕਿ ਲੋੜ ਹੈਗੀ, ਕਿਉਂਕਿ ਕੈਬਨਿਟ ਦੇਖੋ, ਦੇ ਖੁਦ ਕਹਿ ਚੁੱਕੇ ਨੇ ਕਈ ਭ੍ਰਿਸ਼ਟ ਨੇਤਾ ਹੈਗੇ ਨੇ ਕੈਬਨਿਟ ਮੰਤਰੀ, ਜਿਸ ਕਰਕੇ ਵਿਕਾਸ ਨਹੀਂ ਕਈਆਂ ਦੀ ਛੁੱਟੀ ਹੋ ਸਕਦੀ ਹੈ। ਇਹ ਤਾਂ ਕੈਪਟਨ ਸਾਹਿਬ ਦੇਖੋ ਅਲਟੀਮੇਟਲੀ ਸਾਡੇ ਚੀਫ ਮਿਨਿਸਟਰ ਹੈ। ਫੇਰ ਬਦਲ ਹੋਣਾ ਚਾਹੀਦਾ ਹੈ ਕਿ ਨਹੀਂ? ਦੇਖੋ ਮੈਨੂੰ ਲੱਗਦਾ ਟਾਈਮ ਇਜ਼ ਟੂ ਸ਼ਾਰਟ। ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਫੇਰ ਬਦਲ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬਹੁਤੇ ਮੰਤਰੀਆਂ ਨੂੰ ਤਾਂ 3-3 4-4 ਮਹੀਨੇ ਉਸ ਮਹਿਕਮਿਆਂ ਦੇ ਕੰਮ ਸਮਝਣ ਨੂੰ ਲੱਗ ਜਾਂਦੇ ਹੈਗੇ ਆ। ਪਰ ਹਾਈ ਕਮਾਂਡ ਨੇ ਜਿਹੜਾ 18 ਨੁਕਾਤੇ ਪ੍ਰੋਗਰਾਮ ਦੱਸਿਆ, ਨਹੀਂ 18 ਨਕਾਤੀ ਪ੍ਰੋਗਰਾਮ ਤਾਂ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਔਰ 24 ਘੰਟੇ 7 ਦਿਨ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ। ਠੀਕ ਹੈ ਪ੍ਰਗਟ ਜੀ, ਥੈਂਕ ਯੂ। ਧੰਨਵਾਦ। ਤੁਸੀਂ ਕਿਉਂ ਸ਼ੁਰੂ ਕਰ ਰਿਹਾ ਸੀਗਾ? ਪਹਿਲਾਂ ਉਹਨੇ ਸ਼ੁਰੂ ਕੀਤਾ ਸੀ, ਕਰ ਲਓ ਹੁਣ। क्या लगता है जी थोड़ी गलती दूर हुई है? ਨਹੀਂ ਮੇਰੇ ਖਿਆਲ ਹੋ ਜਾਊਗੀ। ਟਾਈਮ ਜਿਹੜਾ ਉਹ ਬਿਗਰ ਹੀਲਰ ਹੈਗਾ। ਹਿੰਦੀ ਗੱਲ ਕਿ ਜਿਹੜੀ ਗੁੱਟਬਾਜੀ ਕਹਿੰਦੇ ਸੀਗੇ ਸਭ ਕੁਝ ਤਾਂ ਦੂਰ ਚਲੋ ਕੋਈ ਕੋਈ ਪਤਾ ਨਹੀਂ ਸਮਾਂ ਦੱਸੇਗਾ, ਲੇਕਿਨ ਸਿੱਧੂ ਸਾਹਿਬ ਦੇ ਆਉਣ ਨਾਲ ਜਿਹੜੀ ਹੈ ਕਹਿੰਦੇ ਸੀਐਮ ਸਾਹਿਬ ਬਹੁਤ ਖਫਾ ਨੇ। ਇਹ ਕੀ ਇਹ ਮੰਤਰੀ ਅਲੱਗ-ਅਲੱਗ ਹੋਏ ਨੇ, ਇਹ ਗੱਲ 'ਚ ਕਿੰਨਾ ਜਿਹੜਾ ਤੁਸੀਂ ਵੀ ਆਵਾਜ਼ ਚੱਕਦੇ ਰਹੇ ਹੈਗੇ ਹੋ ਕੁਝ ਇਸ ਨੂੰ ਲੈ ਕੇ, ਹੁਣ ਕਿਵੇਂ ਰਹੇਗਾ ਅੱਗੇ? ਤੁਸੀਂ ਨਹੀਂ ਮੈਨੂੰ ਲੱਗਦਾ ਨਾਰਾਜ਼ ਬੈਠੇ ਨੇ, ਉਹਦਾ ਗੱਲ ਕੋਈ ਨਹੀਂ, ਠੀਕ ਹੋ ਜਾਣਗੇ। ਸਾਡੀ ਪਾਰਟੀ ਦੇ ਚੀਫ ਮਿਨਿਸਟਰ ਹੈਗੇ ਆ। ਸੋ ਮੇਰਾ ਖਿਆਲ ਹੈ ਡਿਫਰੈਂਸ ਆਫ ਓਪੀਨੀਅਨ ਹੁੰਦੀ ਆ, ਕਈ ਵਾਰੀ ਘਰਾਂ ਦੇ ਵਿੱਚ ਵੀ ਹੁੰਦੀ ਆ, ਪਾਰਟੀਆਂ ਦੇ ਵਿੱਚ ਵੀ ਹੁੰਦੀ ਆ, ਐਂਡ ਟਾਈਮ ਜਿਹੜਾ ਉਹ ਬਿਗਰ ਹੀਲਰ ਹੈਗਾ। ਉਹ ਮੈਨੂੰ ਲੱਗਦਾ ਵੀ ਹੌਲੀ ਹੌਲੀ ਉਹ ਸਮਾਂ ਠੀਕ ਹੋ ਜਾਊਗਾ। ਅਸੀਂ ਅੱਜ ਸ਼ਾਮ ਤੱਕ ਕੋਈ ਡਿਵੈਲਪਮੈਂਟ ਆਪਾਂ ਐਕਸਪੈਕਟ ਕਰ ਸਕਦੇ ਵਧਾਈ ਦਾ ਵੀ ਇੱਕ ਕੜਸੀ ਹੁੰਦੀ ਹੈ, ਪੰਜਾਬੀ ਕਲਚਰ ਹੈ, ਕੜਸੀ ਮੁਬਾਰਕਬਾਦ। ਨਹੀਂ ਸਾਨੂੰ ਮੈਚੁਰ ਡੈਮੋਕ੍ਰੇਸੀ ਵੱਲ ਤੁਰਨਾ ਚਾਹੀਦਾ। ਸਾਨੂੰ ਮੈਚੁਰ ਡੈਮੋਕ੍ਰੇਸੀ आप ਵੱਲ मानते हैं कि आज की मीटिंग के बाद कैप्टन साहब को भी आना पड़ेगा, जिस तरह से वो अभी तक तो नाराज चल रहे हैं जो दिख रहे हैं? नहीं कोई बात नहीं, नाराज बेसिकली चलो हो सकते हैं, हम सबसे बड़े हैं, हमारे लीडर हैं, तो ऐसी कोई बात नहीं, आहिस्ता आहिस्ता सारा कुछ वो ठीक आज हो भाई जाएगा। सिद्धू साहब के लड़ी जाएगी इलेक्शन। की मीटिंग संदेशा आ गया है कि मीटिंग रखी है सीएम साहब ने अलग-अलग एमएलए। नहीं चलो नहीं भी आया तो कोई इशू नहीं हैगा ਮੈਨੂੰ ਇਹ ਨਾ ਨਹੀਂ ਯਾਰ ਸਾਡੀ ਪਾਰਟੀ ਦੇ ਸੀਐਮ ਹੈਗੇ ਆ, ਉਹਦੇ ਚ ਕੀ ਪ੍ਰੋਬਲਮ ਕੀ ਹੈ? ਮੈਂ ਤਾਂ ਇਸ਼ੂਜ਼ ਦੀ ਰਾਜਨੀਤੀ ਕਰਦਾ, ਚਿਹਰਿਆਂ ਦੀ ਰਾਜਨੀਤੀ ਨਹੀਂ ਇਸ਼ੂਜ਼ ਕਰਦਾ। ਠੀਕ ਹੁੰਦੇ ਲੱਗਣਗੇ ਹੁਣ ਜਿਨ੍ਹਾਂ ਨੂੰ ਚੁੱਕਦੇ ਆਏ ਹੋ ਤੁਸੀਂ? ਦੇਖੋ ਸਾਨੂੰ ਕੰਮ ਤਾਂ ਕਰਨਾ ਹੀ ਪਊਗਾ। ਇਹ ਤਾਂ ਹੈ ਨਹੀਂਗਾ ਕਿ ਸਾਨੂੰ ਦੇਖੋ ਅੱਜ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਇਟ ਇਜ਼ ਅ ਡਬਲ ਐਜ ਵੈਪਨ। ਇਹ ਅੱਜ ਕਿਸੇ ਨੂੰ ਬਹੁਤ ਪੋਜ਼ਿਟਿਵ ਪਾਸੇ ਨੂੰ ਲਿਜਾ ਕੇ ਬਹੁਤ TRP ਉੱਪਰ ਲੈ ਜਾਂਦਾ। ਜੇ ਅਸੀਂ ਕੰਮ ਨਹੀਂ ਕਰਦੇ ਤਾਂ ਫਿਰ ਓਨਾ ਹੀ ਥੱਲੇ ਨੂੰ ਲੈ ਆਉਂਦਾ। ਸੋ ਇਸ ਕਰਕੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ, ਕੰਸਿਸਟੈਂਟ ਪਰਫਾਰਮੈਂਸ ਦੀ ਜ਼ਰੂਰਤ ਹੈਗੀ ਆ। ਮੈਂ ਤਾਂ आप ये समझ ਪ੍ਰਗਟ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਗੱਲ ਹੋਊਗੀ? ਕਿਉਂਕਿ ਬੇਅਦਬੀ ਦਾ ਮੁੱਦਾ ਤੁਸੀਂ ਚੁੱਕਦੇ ਰਹੇ ਹੋ, ਬੇਅਦਬੀ ਦਾ ਮੁੱਦਾ ਜੀ ਨਵਜੋਤ ਸਿੱਧੂ ਹੀ ਚੁੱਕਦੇ ਰਹੇ ਨੇ। ਬੇਅਦਬੀ ਦੇ ਮਸਲੇ ਤੇ ਕੋਈ ਹੋਊਗਾ ਕੰਮ? ਮੈਂ ਕਹਿਣ ਡਿਆ ਕੱਲਾ ਬੇਅਦਬੀ ਦੇ ਇਸ਼ੂ ਨਹੀਂ ਹੈ, ਪਾਵਰ ਪਰਚੇਜ਼ ਐਗਰੀਮੈਂਟਸ ਵੀ ਹੈਗੇ ਆ, ਜਿਹੜੇ ਹੋਰ ਕਿਉਂਕਿ ਜਿਹੜਾ ਡਰੱਗ ਦਾ ਇਸ਼ੂ ਹੈਗਾ, ਈਵਨ ਕਿ 31,000 ਕਰੋੜ ਰੁਪਏ ਦਾ, ਕਿਉਂਕਿ ਮੈਂ ਤਾਂ ਭੁੱਲਦਾ ਨਹੀਂ, ਕਈ ਵਾਰੀ ਤੁਸੀਂ ਵਿੱਚੋਂ ਭੁੱਲ ਜਾਂਦੇ ਆ, ਪਰ ਤੁਸੀਂ ਨਹੀਂ ਅਸੀਂ ਤਾਂ ਯਾਦ ਕਰਾਉਂਦੇ ਰਹੇ, ਸਦਾ ਹੀ ਯਾਦ ਕਰਾਇਆ। दोबारा आप कहेंगे कि दोबारा सरकार आएगी फिर करेंगे? ਜਿਹੜੀ ਸਾਲ ਪਹਿਲਾਂ 1.5 ਸਾਲ ਪਹਿਲਾਂ ਡਿਵੈਲਪਮੈਂਟ ਹੋ ਜਾਣੀ ਚਾਹੀਦੀ ਸੀ। ਹੋਣੀ ਚਾਹੀਦੀ ਸੀ। ਤੁਹਾਨੂੰ ਯਾਦ ਕਰਾ ਦਿੰਨਾ, ਮੈਂ ਅੱਜ ਤੋਂ ਪੌਣੇ 2 ਸਾਲ ਪਹਿਲਾਂ ਮੈਂ ਚਿੱਠੀ ਲਿਖੀ ਸੀ। ਜੇ ਸਾਰਿਆਂ ਨੇ ਅਸੀਂ ਇਹਦੇ ਤੇ ਕਿਤੇ ਨਾ ਕਿਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇਹ ਸਮਾਂ ਨਹੀਂ ਸੀ ਆਉਣਾ। ਕਿਉਂਕਿ ਸਮਾਂ ਰਹਿੰਦੇ ਤੇ ਜਦੋਂ ਤੁਸੀਂ ਕੰਮ ਕਰਦੇ ਹੋ, ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ? ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਜਦੋਂ ਮੰਨ ਲਓ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ, ਜੇ ਉਹਨਾਂ ਨੂੰ ਰਿਵਿਊ ਕੀਤਾ ਹੁੰਦਾ, ਉਹਦੇ ਤੇ ਸਾਰੀ ਤੇ ਕਿਤੇ ਨਾ ਕਿਤੇ ਮਾਈਂਡ ਅਪਲਾਈ ਕੀਤਾ ਹੁੰਦਾ, ਅੱਜ ਪੰਜਾਬ ਨੂੰ ਬਿਜਲੀ ਦਾ ਸੰਕਟ ਨਹੀਂ ਆਉਣਾ ਸੀ। ਕਿਉਂਕਿ ਜਦੋਂ ਅਸੀਂ ਸਮੇਂ ਰਹਿੰਦੇ ਤੇ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਕਰਦੇ ਤੇ ਉਦੋਂ ਇਹ ਸਮੱਸਿਆਵਾਂ ਜਿਹੜੀਆਂ ਖੜੀਆਂ ਹੁੰਦੀਆਂ ਸਾਡੇ ਸਾਹਮਣੇ। ਸੋ ਵੀ ਨੀਡ ਟੂ ਵਿਜ਼ੂਅਲਾਈਜ਼, ਔਰ ਉਹਦੇ ਤੇ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਆ। ਔਰ ਬੜੀ ਕਿਉਂਕਿ ਇੰਟਰਨਲ ਡੈਮੋਕ੍ਰੇਸੀ, ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਲੀਡਰ ਬਣੋ, ਚਮਚੇ ਨਾ ਬਣੋ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਕਿਉਂਕਿ ਹੋਇਆ ਕਿ ਪਿਛਲੇ ਬਹੁਤੇ ਸਮੇਂ ਦੇ ਵਿੱਚ ਜਦੋਂ ਕੋਈ ਵੀ ਸਾਡੇ ਪਾਵਰ ਕੋਰੀਡੋਰ ਬਣਦੀ ਆ, ਉਹਦੇ ਵਿੱਚ ਕੁਝ ਬੰਦਿਆਂ ਦਾ ਜਮਾਵੜਾ ਬਣ ਜਾਂਦਾ। ਕਿਉਂਕਿ ਬੰਦਾ ਤਾਂ ਬੰਦਾ ਹੁੰਦਾ, ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਤੇ ਉਹ ਜਿਹੜਾ ਬੰਦਾ ਆ, ਉਹਨੂੰ ਜਦੋਂ ਉਹਦੇ ਆਲੇ ਦੁਆਲੇ ਕਿਤੇ ਜਿਹੜੀ ਜਗ੍ਹਾ ਨਹੀਂ ਦਿੱਤੀ ਜਾਂਦੀ, ਉਹਦੇ ਕੋਲ ਇਨਫੋਰਮੇਸ਼ਨ ਨਹੀਂ ਆਉਂਦੀ,
ਤਾਂ ਫਿਰ ਉਹ ਕਈ ਵਾਰੀ ਗਲਤ ਫੈਸਲੇ ਲੈਣ ਲੱਗ ਪ੍ਰਗਟ ਜੀ ਇੱਕ ਸਵਾਲ ਹੁਣ ਅਗਲੀ ਡਿਵੈਲਪਮੈਂਟ ਤੁਸੀਂ ਕੈਪਟਨ ਖੇਮਾ ਤੋਂ ਕਦ ਤੱਕ expect ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਵੀ ਵਿਲ ਡਿਸਕਸ ਇਟ ਉੱਤੇ ਬਣ ਗਿਆ ਇੰਨੇ ਲੀਡਰਸ ਨੇ ਲੈਜਿਸਲੇਚਰਸ ਨੇ ਸਾਰੇ ਜਿਹੜੇ ਆ ਯਾਰ ਕੋਈ ਪ੍ਰੈਸ਼ਰ ਗਰੁੱਪ ਨਹੀਂ। ਮੈਂ ਅੱਜ ਵੀ ਕਹਿਣਾ ਕੋਈ ਸਾਡਾ ਇੰਡੀਵਿਜੂਅਲ ਗਰੁੱਪ ਨਹੀਂ ਹੈ। ਮੈਂ ਕਦੀ ਕੋਈ ਗਰੁੱਪ ਨਹੀਂ ਬਣਾਇਆ, ਸਿੱਧੂ ਨੇ ਕਦੀ ਕੋਈ ਗਰੁੱਪ ਨਹੀਂ ਬਣਾਇਆ। ਮੈਂ ਤਾਂ ਅਸੀਂ ਇੱਕ ਟੀਮ ਨੂੰ ਦੋ ਜਗ੍ਹਾ ਕਿਵੇਂ ਵੰਡ ਦਈਏ, ਇਹ ਨਹੀਂ ਹੋ ਸਕਦਾ। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਊਗਾ, ਪਾਰਟੀ ਦਾ ਤਾਂ ਹੋਊਗਾ। ਸੋ ਇਸ ਕਰਕੇ ਇਹ ਬੇਸਿਕਲੀ ਕਿਸੇ ਦੀ ਕ੍ਰੀਏਸ਼ਨ ਨਹੀਂ ਹੈ, ਕੋਈ ਇਦਾਂ ਦਾ ਥਾਟ ਪ੍ਰੋਸੈਸ ਨਹੀਂ ਹੈਗਾ। ਵੀ ਨੀਡ ਟੂ ਮੇਕ ਏ ਟੀਮ ਔਰ ਟੀਮ ਦੇ ਵਿੱਚ ਚੰਗੇ ਪਲੇਅਰ ਜਿਹੜੇ ਆ ਉਹ ਖੇਡਣ ਤਾਂ ਕਿ ਉਹ ਜਿਹੜੀ ਟੀਮ ਹੈ ਉਹ ਜਿੱਤੇ। ਪ੍ਰਗਟ ਸਿੰਘ ਜੀ ਕੀ ਉਮੀਦਾਂ ਕਰ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਦੇ ਨਾਲ ਹੁਣ ਕਾਂਗਰਸ ਪੰਜਾਬ ਦੇ ਵਿੱਚ ਕੀ ਨਵੀਂ ਡਿਵੈਲਪਮੈਂਟ ਹੋ ਸਕਦੀ ਹੈ, ਕੀ ਸੁਧਾਰ ਹੋਣਗੇ? ਨਹੀਂ ਦੇਖੋ ਬੇਸਿਕਲੀ ਤਾਂ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਜਿਹੜੇ 5-6 ਇਸ਼ੂ ਹੈਗੇ ਆ, ਅਸੀਂ ਜਦੋਂ ਲੋਕਾਂ 'ਚ ਜਾਣਾ ਅਜੇ 5 ਤੋਂ 6 ਮਹੀਨੇ ਦਾ ਸਮਾਂ ਹੈਗਾ ਤੇ ਸਾਨੂੰ ਸਪੀਡ ਅਪ ਕਰਕੇ ਉਹਦੇ ਤੇ ਪਰਫਾਰਮੈਂਸ ਦੇਣ ਦੀ ਜ਼ਰੂਰਤ ਹੈਗੀ ਆ, ਉਹਦੀ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ ਤਾਂ ਕਿ ਲੋਕਾਂ ਨੂੰ ਅਸੀਂ ਜਾ ਕੇ ਕੰਫਰਟੇਬਲੀ ਫੇਸ ਕਰ ਸਕੀਏ। ਕੈਬਨਿਟ ਦੇ ਵਿੱਚ ਫੇਰਬਦਲ ਦੀ ਤੁਹਾਨੂੰ ਲੱਗਦਾ ਕਿ ਲੋੜ ਹੈਗੀ ਹੈ? ਕਿਉਂਕਿ ਕੈਬਨਿਟ ਦੇ ਖੁਦ ਕਹਿ ਚੁੱਕੇ ਨੇ ਕਈ ਭ੍ਰਿਸ਼ਟ ਨੇਤਾ ਹੈਗੇ ਨੇ ਕੈਬਨਿਟ ਮੰਤਰੀ, ਜਿਸ ਕਰਕੇ ਵਿਕਾਸ ਨਹੀਂ ਕਈਆਂ ਦੀ ਛੁੱਟੀ ਹੋ ਸਕਦੀ ਹੈ। ਇਹ ਤਾਂ ਕੈਪਟਨ ਸਾਹਿਬ ਦੇਖੋ ਅਲਟੀਮੇਟਲੀ ਸਾਡੇ ਚੀਫ ਮਿਨਿਸਟਰ ਹੈ। ਫੇਰ ਬਦਲ ਹੋਣਾ ਚਾਹੀਦਾ ਹੈ ਕਿ ਨਹੀਂ? ਦੇਖੋ ਮੈਨੂੰ ਲੱਗਦਾ ਟਾਈਮ ਇਜ਼ ਟੂ ਸ਼ਾਰਟ। ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਫੇਰ ਬਦਲ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬਹੁਤੇ ਮੰਤਰੀਆਂ ਨੂੰ ਤਾਂ 3-3 4-4 ਮਹੀਨੇ ਉਸ ਮਹਿਕਮਿਆਂ ਦੇ ਕੰਮ ਸਮਝਣ ਨੂੰ ਲੱਗ ਜਾਂਦੇ ਹੈਗੇ। ਪਰ ਹਾਈ ਕਮਾਂਡ ਨੇ ਜਿਹੜਾ 18 ਨੁਕਾਤੀ ਪ੍ਰੋਗਰਾਮ ਦੱਸਿਆ ਨਹੀਂ 18 ਨਕਾਤੀ ਪ੍ਰੋਗਰਾਮ ਤਾਂ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਔਰ 24 ਘੰਟੇ 7 ਦਿਨ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ। ਠੀਕ ਹੈ ਪ੍ਰਗਟ ਜੀ, ਥੈਂਕ ਯੂ। ਧੰਨਵਾਦ। ਤੁਸੀਂ ਕਿਉਂ ਸ਼ੁਰੂ ਕਰ ਰਿਹਾ ਸੀਗਾ? ਪਹਿਲਾਂ ਉਹਨੇ ਸ਼ੁਰੂ ਕੀਤਾ ਸੀ, ਕਰ ਲਓ ਹੁਣ। क्या लगता है जी थोड़ी तलखी दूर हुई है? ਨਹੀਂ ਮੇਰੇ ਖਿਆਲ ਹੋ ਜਾਊਗੀ। ਟਾਈਮ ਜਿਹੜਾ ਉਹ ਬਿਗਰ ਹੀਲਰ ਹੈਗਾ। ਹਿੰਦੀ ਗੱਲ ਕਿ ਜਿਹੜੀ ਗੁੱਟਬਾਜੀ ਕਹਿੰਦੇ ਸੀਗੇ ਸਭ ਕੁਝ ਦੂਰ ਚਲੋ ਕੋਈ ਕਿਵੇਂ ਪਤਾ ਨਹੀਂ ਸਮਾਂ ਦੱਸੇਗਾ, ਲੇਕਿਨ ਸਿੱਧੂ ਸਾਹਿਬ ਦੇ ਆਉਣ ਨਾਲ ਜਿਹੜੀ ਹੈ ਕਹਿੰਦੇ ਸੀਐਮ ਸਾਹਿਬ ਬਹੁਤ ਖਫਾ ਨੇ। ਇਹ ਕੀ ਇਹ ਮੰਤਰੀ ਅਲੱਗ-ਅਲੱਗ ਹੋਏ ਨੇ, ਇਹ ਗੱਲ 'ਚ ਕਿੰਨਾ ਜਿਹੜਾ ਤੁਸੀਂ ਵੀ ਆਵਾਜ਼ ਚੱਕਦੇ ਰਹੇ ਹੈਗੇ ਹੋ ਕੁਝ ਇਸ ਨੂੰ ਲੈ ਕੇ, ਹੁਣ ਕਿਵੇਂ ਰਹੇਗਾ ਅੱਗੇ? ਤੁਸੀਂ ਨਹੀਂ ਮੈਨੂੰ ਲੱਗਦਾ ਨਾਰਾਜ਼ ਬੈਠੇ ਨੇ, ਉਹਦਾ ਗੱਲ ਕਰੋ। ਕੋਈ ਨਹੀਂ, ਠੀਕ ਹੋ ਜਾਣਗੇ। ਸਾਡੀ ਪਾਰਟੀ ਦੇ ਚੀਫ ਮਿਨਿਸਟਰ ਹੈਗੇ ਆ। ਸੋ ਮੇਰਾ ਖਿਆਲ ਹੈ ਡਿਫਰੈਂਸ ਆਫ ਓਪੀਨੀਅਨ ਹੁੰਦੀ ਆ, ਕਈ ਵਾਰੀ ਘਰਾਂ ਦੇ ਵਿੱਚ ਵੀ ਹੁੰਦੀ ਆ, ਪਾਰਟੀਆਂ ਦੇ ਵਿੱਚ ਵੀ ਹੁੰਦੀ ਆ। ਐਂਡ ਟਾਈਮ ਜਿਹੜਾ ਉਹ ਬਿਗਰ ਹੀਲਰ ਹੈਗਾ, ਉਹ ਮੈਨੂੰ ਲੱਗਦਾ ਵੀ ਹੌਲੀ ਉਹ ਸਮਾਂ ਠੀਕ ਹੋ ਜਾਊਗਾ। ਅਸੀਂ ਅੱਜ ਸ਼ਾਮ ਤੱਕ ਕੋਈ ਡਿਵੈਲਪਮੈਂਟ ਆਪਾਂ ਐਕਸਪੈਕਟ ਕਰ ਸਕਦੇ ਵਧਾਈ ਦਾ ਵੀ ਇੱਕ ਕੜਸੀ ਹੁੰਦੀ ਹੈ, ਪੰਜਾਬੀ ਕਲਚਰ ਹੈ, ਕੜਸੀ ਮੁਬਾਰਕਬਾਦ। ਨਹੀਂ ਸਾਨੂੰ ਮੈਚੁਰ ਡੈਮੋਕ੍ਰੇਸੀ ਵੱਲ ਤੁਰਨਾ ਚਾਹੀਦਾ। ਸਾਨੂੰ ਮੈਚੁਰ ਡੈਮੋਕ੍ਰੇਸੀ ਵੱਲ मानते हैं कि आज की मीटिंग के बाद कैप्टन साहब को भी आना पड़ेगा, जिस तरह से वो अभी तक तो नाराज चल रहे हैं? नहीं कोई बात नहीं, नाराज बेसिकली चलो हो सकते हैं। हम सबसे बड़े हैं, हमारे लीडर हैं, तो ऐसी कोई बात नहीं। आहिस्ता आहिस्ता सारा कुछ ठीक हो जाएगा। सिद्धू साहब के लड़ी जाएगी इलेक्शन। की मीटिंग संदेशा आ गया है कि मीटिंग रखी है सीएम साहब ने अलग-अलग एमएलए। नहीं चलो नहीं भी आया तो कोई इशू नहीं हैगा। ਮੈਨੂੰ ਇਹ ਨਾ ਨਹੀਂ ਯਾਰ ਸਾਡੀ ਪਾਰਟੀ ਦੇ ਸੀਐਮ ਹੈਗੇ ਆ, ਉਹਦੇ 'ਚ ਕੀ ਪ੍ਰੋਬਲਮ ਕੀ ਹੈ? ਮੈਂ ਤਾਂ ਇਸ਼ੂਜ਼ ਦੀ ਰਾਜਨੀਤੀ ਕਰਦਾ, ਚਿਹਰਿਆਂ ਦੀ ਰਾਜਨੀਤੀ ਨਹੀਂ ਇਸ਼ੂਜ਼ ਕਰਦਾ। ਠੀਕ ਹੁੰਦੇ ਲੱਗਣਗੇ ਹੁਣ ਜਿਨ੍ਹਾਂ ਨੂੰ ਚੁੱਕਦੇ ਆਏ ਹੋ ਤੁਸੀਂ। ਦੇਖੋ ਸਾਨੂੰ ਕੰਮ ਤਾਂ ਕਰਨਾ ਹੀ ਪਊਗਾ। ਇਹ ਤਾਂ ਹੈ ਨਹੀਂਗਾ ਕਿ ਸਾਨੂੰ ਦੇਖੋ ਅੱਜ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਇਟ ਇਜ਼ ਏ ਡਬਲ ਐਜ ਵੈਪਨ। ਇਹ ਅੱਜ ਕਿਸੇ ਨੂੰ ਬਹੁਤ ਪੋਜ਼ਿਟਿਵ ਪਾਸੇ ਨੂੰ ਲਿਜਾ ਕੇ ਬਹੁਤ TRP ਉੱਪਰ ਲੈ ਜਾਂਦਾ। ਜੇ ਅਸੀਂ ਕੰਮ ਨਹੀਂ ਕਰਦੇ ਤਾਂ ਫਿਰ ਓਨਾ ਹੀ ਥੱਲੇ ਨੂੰ ਲੈ ਆਉਂਦਾ। ਸੋ ਇਸ ਕਰਕੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ, ਕੰਸਿਸਟੈਂਟ ਪਰਫਾਰਮੈਂਸ ਦੀ ਜ਼ਰੂਰਤ ਹੈਗੀ ਆ। ਮੈਂ ਤਾਂ आप ये समझ ਪ੍ਰਗਟ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਗੱਲ ਹੋਊਗੀ? ਕਿਉਂਕਿ ਬੇਅਦਬੀ ਦਾ ਮੁੱਦਾ ਤੁਸੀਂ ਚੁੱਕਦੇ ਰਹੇ ਹੋ, ਬੇਅਦਬੀ ਦਾ ਮੁੱਦਾ ਹੀ ਨਵਜੋਤ ਸਿੱਧੂ ਹੀ ਚੁੱਕਦੇ ਰਹੇ ਨੇ। ਬੇਅਦਬੀ ਦੇ ਮਸਲੇ ਤੇ ਕੋਈ ਹੋਊਗਾ ਕੰਮ? ਮੈਂ ਕਹਿਣ ਡਿਆ ਕੱਲਾ ਬੇਅਦਬੀ ਦੇ ਇਸ਼ੂ ਨਹੀਂ ਹੈ, ਪਾਵਰ ਪਰਚੇਜ਼ ਐਗਰੀਮੈਂਟਸ ਵੀ ਹੈਗੇ ਆ। ਜਿਹੜੇ ਹੋਰ ਕਿਉਂਕਿ ਜਿਹੜਾ ਡਰੱਗ ਦਾ ਇਸ਼ੂ ਹੈਗਾ ਈਵਨ ਕਿ 31,000 ਕਰੋੜ ਰੁਪਏ ਦਾ, ਕਿਉਂਕਿ ਮੈਂ ਤਾਂ ਭੁੱਲਦਾ ਨਹੀਂ, ਕਈ ਵਾਰੀ ਤੁਸੀਂ ਵਿੱਚੋਂ ਭੁੱਲ ਜਾਂਦੇ ਆ, ਪਰ ਤੁਸੀਂ ਅਸੀਂ ਤਾਂ ਯਾਦ ਕਰਾਉਂਦੇ ਰਹੇ, ਸਦਾ ਹੀ ਯਾਦ ਕਰਾਇਆ। दोबारा आप कहेंगे कि दोबारा सरकार आएगी? ਜਿਹੜੀ ਸਾਲ ਪਹਿਲਾਂ 1.5 ਸਾਲ ਪਹਿਲਾਂ ਡਿਵੈਲਪਮੈਂਟ ਹੋ ਜਾਣੀ ਚਾਹੀਦੀ ਸੀ। ਹੋਣੀ ਚਾਹੀਦੀ ਸੀ। ਤੁਹਾਨੂੰ ਯਾਦ ਕਰਾ ਦਿੰਨਾ, ਮੈਂ ਅੱਜ ਤੋਂ ਪੌਣੇ 2 ਸਾਲ ਪਹਿਲਾਂ ਮੈਂ ਚਿੱਠੀ ਲਿਖੀ ਸੀ। ਜੇ ਸਾਰਿਆਂ ਨੇ ਅਸੀਂ ਇਹਦੇ ਤੇ ਕਿਤੇ ਨਾ ਕਿਤੇ ਪਹਿਰਾ ਦਿੱਤਾ ਹੁੰਦਾ ਤੇ ਅੱਜ ਇਹ ਸਮਾਂ ਨਹੀਂ ਸੀ ਆਉਣਾ। ਕਿਉਂਕਿ ਸਮਾਂ ਰਹਿੰਦੇ ਤੇ ਜਦੋਂ ਤੁਸੀਂ ਕੰਮ ਕਰਦੇ ਹੋ, ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ? ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਜਦੋਂ ਮੰਨ ਲਓ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ, ਜੇ ਉਹਨਾਂ ਨੂੰ ਰਿਵਿਊ ਕੀਤਾ ਹੁੰਦਾ, ਉਹਦੇ ਤੇ ਸਾਰੀ ਤੇ ਕਿਤੇ ਨਾ ਕਿਤੇ ਮਾਈਂਡ ਅਪਲਾਈ ਕੀਤਾ ਹੁੰਦਾ, ਅੱਜ ਪੰਜਾਬ ਨੂੰ ਬਿਜਲੀ ਦਾ ਸੰਕਟ ਨਹੀਂ ਆਉਣਾ ਸੀ।
ਕਿਉਂਕਿ ਜਦੋਂ ਅਸੀਂ ਸਮੇਂ ਰਹਿੰਦੇ ਤੇ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਕਰਦੇ ਤੇ ਉਦੋਂ ਇਹ ਸਮੱਸਿਆਵਾਂ ਜਿਹੜੀਆਂ ਖੜੀਆਂ ਹੁੰਦੀਆਂ ਸਾਡੇ ਸਾਹਮਣੇ। ਸੋ ਵੀ ਨੀਡ ਟੂ ਵਿਜ਼ੂਅਲਾਈਜ਼, ਔਰ ਉਹਦੇ ਤੇ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਆ। ਔਰ ਬੜੀ ਕਿਉਂਕਿ ਇੰਟਰਨਲ ਡੈਮੋਕ੍ਰੇਸੀ, ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਨਾ ਵੀ ਲੀਡਰ ਬਣੋ, ਚਮਚੇ ਨਾ ਬਣੋ। ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਕਿਉਂਕਿ ਹੋਇਆ ਕਿ ਪਿਛਲੇ ਬਹੁਤੇ ਸਮੇਂ ਦੇ ਵਿੱਚ ਜਦੋਂ ਕੋਈ ਵੀ ਸਾਡੇ ਪਾਵਰ ਕੋਰੀਡੋਰ ਬਣਦੀ ਆ, ਉਹਦੇ ਵਿੱਚ ਕੁਝ ਬੰਦਿਆਂ ਦਾ ਜਮਾਵੜਾ ਬਣ ਜਾਂਦਾ, ਕਿਉਂਕਿ ਬੰਦਾ ਤਾਂ ਬੰਦਾ ਹੁੰਦਾ, ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਤੇ ਉਹ ਜਿਹੜਾ ਬੰਦਾ ਆ, ਉਹਨੂੰ ਜਦੋਂ ਉਹਦੇ ਆਲੇ ਦੁਆਲੇ ਕਿਤੇ ਜਿਹੜੀ ਜਗ੍ਹਾ ਨਹੀਂ ਦਿੱਤੀ ਜਾਂਦੀ, ਉਹਦੇ ਕੋਲ ਇਨਫੋਰਮੇਸ਼ਨ ਨਹੀਂ ਆਉਂਦੀ, ਤਾਂ ਫਿਰ ਉਹ ਕਈ ਵਾਰੀ ਗਲਤ ਫੈਸਲੇ ਲੈਣ ਲੱਗ ਪੈਂਦਾ। ਜੀ ਇੱਕ ਸਵਾਲ, ਹੁਣ ਅਗਲੀ ਡਿਵੈਲਪਮੈਂਟ ਤੁਸੀਂ ਕੈਪਟਨ ਖੇਮਾ ਤੋਂ ਕਦ ਤੱਕ ਐਕਸਪੈਕਟ? ਦੇਖੋ, ਇਹ ਤਾਂ ਮੈਨੂੰ ਲੱਗਦਾ ਕਿ ਵੀ ਵਿਲ ਡਿਸਕਸ ਇਟ। ਗਰੁੱਪ ਤੇ ਬਣ ਗਿਆ, ਇਹਨੇ ਲੀਡਰਸ ਨੇ, ਲੈਜਿਸਲੇਚਰਸ ਨੇ, ਸਾਰੇ ਜਿਹੜੇ ਆ ਯਾਰ ਕੋਈ ਪ੍ਰੈਸ਼ਰ ਗਰੁੱਪ ਨਹੀਂ। ਮੈਂ ਅੱਜ ਵੀ ਕਹਿਣਾ, ਕੋਈ ਸਾਡਾ ਇੰਡੀਵਿਜੂਅਲ ਗਰੁੱਪ ਨਹੀਂ ਹੈ। ਮੈਂ ਕਦੀ ਕੋਈ ਗਰੁੱਪ ਨਹੀਂ ਬਣਾਇਆ, ਸਿੱਧੂ ਨੇ ਕਦੀ ਕੋਈ ਗਰੁੱਪ ਨਹੀਂ ਬਣਾਇਆ। ਮੈਂ ਤਾਂ ਅਸੀਂ ਇੱਕ ਟੀਮ ਨੂੰ ਦੋ ਜਗ੍ਹਾ ਕਿਵੇਂ ਵੰਡ ਦਈਏ, ਇਹ ਨਹੀਂ ਹੋ ਸਕਦਾ। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਊਗਾ, ਪਾਰਟੀ ਦਾ ਤਾਂ ਹੋਊਗਾ। ਸੋ ਇਸ ਕਰਕੇ ਇਹ ਬੇਸਿਕਲੀ ਕਿਸੇ ਦੀ ਕ੍ਰੀਏਸ਼ਨ ਨਹੀਂ ਹੈ, ਕੋਈ ਇਦਾਂ ਦਾ ਥਾਟ ਪ੍ਰੋਸੈਸ ਨਹੀਂ ਹੈਗਾ। ਵੀ ਨੀਡ ਟੂ ਮੇਕ ਏ ਟੀਮ, ਔਰ ਟੀਮ ਦੇ ਵਿੱਚ ਚੰਗੇ ਪਲੇਅਰ ਜਿਹੜੇ ਆ ਉਹ ਖੇਡਣ, ਤਾਂ ਕਿ ਉਹ ਜਿਹੜੀ ਟੀਮ ਹੈ ਉਹ ਜਿੱਤੇ। ਪ੍ਰਗਟ ਸਿੰਘ ਜੀ, ਕੀ ਉਮੀਦਾਂ ਕਰ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਦੇ ਨਾਲ ਹੁਣ ਕਾਂਗਰਸ ਪੰਜਾਬ ਦੇ ਵਿੱਚ ਕੀ ਨਵੀਂ ਡਿਵੈਲਪਮੈਂਟ ਹੋ ਸਕਦੀ ਹੈ, ਕੀ ਸੁਧਾਰ ਹੋਣਗੇ? ਨਹੀਂ, ਦੇਖੋ ਬੇਸਿਕਲੀ ਤਾਂ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਜਿਹੜੇ 5-6 ਇਸ਼ੂ ਹੈਗੇ ਆ, ਅਸੀਂ ਜਦੋਂ ਲੋਕਾਂ 'ਚ ਜਾਣਾ, ਅਜੇ 5 ਤੋਂ 6 ਮਹੀਨੇ ਦਾ ਸਮਾਂ ਹੈਗਾ, ਤੇ ਸਾਨੂੰ ਸਪੀਡ ਅਪ ਕਰਕੇ ਉਹਦੇ ਤੇ ਪਰਫਾਰਮੈਂਸ ਦੇਣ ਦੀ ਜ਼ਰੂਰਤ ਹੈਗੀ ਆ, ਉਹਦੀ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਕਿ ਲੋਕਾਂ ਨੂੰ ਅਸੀਂ ਜਾ ਕੇ ਕੰਫਰਟੇਬਲੀ ਫੇਸ ਕਰ ਸਕੀਏ। ਕੈਬਨਿਟ ਦੇ ਵਿੱਚ ਫੇਰ ਬਦਲ ਦੀ ਤੁਹਾਨੂੰ ਲੱਗਦਾ ਕਿ ਲੋੜ ਹੈਗੀ, ਕਿਉਂਕਿ ਕੈਪਟਨ ਖੁਦ ਕਹਿ ਚੁੱਕੇ ਨੇ, ਕਈ ਭ੍ਰਿਸ਼ਟ ਨੇਤਾ ਹੈਗੇ ਨੇ ਕੈਬਨਿਟ ਮੰਤਰੀ, ਜਿਸ ਕਰਕੇ ਵਿਕਾਸ ਨਹੀਂ ਕਈਆਂ ਦੀ ਛੁੱਟੀ ਹੋ ਸਕਦੀ ਹੈ। ਇਹ ਤਾਂ ਕੈਪਟਨ ਸਾਹਿਬ ਦੇਖੋ ਅਲਟੀਮੇਟਲੀ ਸਾਡੇ ਚੀਫ ਮਿਨਿਸਟਰ ਹੈ। ਫੇਰ ਬਦਲ ਹੋਣਾ ਚਾਹੀਦਾ ਹੈ ਕਿ ਨਹੀਂ? ਦੇਖੋ, ਮੈਨੂੰ ਲੱਗਦਾ ਟਾਈਮ ਇਜ਼ ਟੂ ਸ਼ਾਰਟ। ਮੈਨੂੰ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਫੇਰ ਬਦਲ ਦੀ ਜ਼ਰੂਰਤ ਹੈਗੀ ਆ, ਕਿਉਂਕਿ ਬਹੁਤੇ ਮੰਤਰੀਆਂ ਨੂੰ ਤਾਂ 3-3 4-4 ਮਹੀਨੇ ਉਸ ਮਹਿਕਮਿਆਂ ਦੇ ਕੰਮ ਸਮਝਣ ਨੂੰ ਲੱਗ ਜਾਂਦੇ ਹੈਗੇ ਆ। ਪਰ ਹਾਈ ਕਮਾਂਡ ਨੇ ਜਿਹੜਾ 18 ਨੁਕਾਤੀ ਪ੍ਰੋਗਰਾਮ ਦੱਸਿਆ, ਨਹੀਂ, 18 ਨਕਾਤੀ ਪ੍ਰੋਗਰਾਮ ਤਾਂ ਡਿਲੀਵਰੀ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਔਰ 24 ਘੰਟੇ 7 ਦਿਨ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ। ਠੀਕ ਹੈ ਪ੍ਰਗਟ ਜੀ, ਥੈਂਕ ਯੂ। ਧੰਨਵਾਦ। ਥੈਂਕ ਯੂ। ਸ਼ੁਰੂ ਕਰ ਰਿਹਾ ਸੀਗਾ, ਪਹਿਲਾਂ ਉਹਨੇ ਸ਼ੁਰੂ ਕੀਤਾ ਸੀ, ਕਰ ਲਓ ਹੁਣ। क्या लगता है जी थोड़ी तलखी दूर हुई है? नहीं, मेरे ख्याल हो जाऊगी। टाइम ਜਿਹੜਾ ਉਹ ਬਿਗਰ ਹੀਲਰ ਹੈਗਾ। ਹਿੰਦੀ ਗੱਲ ਕਿ ਜਿਹੜੀ ਗੁੱਟਬਾਜੀ ਕਹਿੰਦੇ ਸੀਗੇ, ਸਭ ਕੁਝ ਦੂਰ ਚਲੋ, ਕੋਈ ਕੋਈ ਪਤਾ ਨਹੀਂ ਸਮਾਂ ਦੱਸੇਗਾ, ਲੇਕਿਨ ਸਿੱਧੂ ਸਾਹਿਬ ਦੇ ਆਉਣ ਨਾਲ ਜਿਹੜੀ ਹੈ, ਕਹਿੰਦੇ ਸੀਐਮ ਸਾਹਿਬ ਬਹੁਤ ਖਫਾ ਨੇ। ਇਹ ਕੀ ਇਹ ਮੰਤਰੀ ਅਲੱਗ-ਅਲੱਗ